स्टेट गवर्नमेंट ने डिस्पेंसरियां चलाउणियां और स्टेट के हस्पताल चलाने सारा वो उन्होंने साढ़े को खर्चा लेना पर चलाना स्टेट गवर्नमेंट ने है। असी चाह के भी वो प्राइमरी तो सैकेंडरी केयर में इंटरवीन नहीं कर सकते। अक्सर लोगों को ये पता नहीं होंदा कि ESIC हस्पताल कॉरपोरेशन तो ESIS स्टेट हस्पताल च की फ़र्क है। की सेंटर दीयां जिम्मेवारियां ने और की स्टेट दीयां जिम्मेवारियां ने। सारे दर्शकों का बहुत बहुत स्वागत है। असी तुहानूं पिछले दिनों ESI हॉस्पिटल मोहाली की हालत दिखाई, फिर ESI डिस्पेंसरी की हालत दिखाई। अज असी ESI दे ऑफिस आए हैं और साडे नाल अमन जी ने जिहड़े कि स्टेट मैडिकल ऑफिसर ने, उन्हां नाल गलबात करते हैं भी पंजाब दे विच जिहड़े ESI नूं कितना फंड जा रहा है, कौन उस डिस्पेंसरी का और हस्पताल की मेनटेनेंस का जिम्मेवार है और की सेंटर दीयां जिम्मेवारियां ने और की स्टेट दीयां जिम्मेवारियां ने। ये बहुत वड्डा एक कन्फ्यूजन क्रिएट होया होया लोगों के मनां दे विच। वो असी अज इन अमन जी नाल गलबात करके तुहानूं स्पष्ट करन दी कोशिश करांगे। अमन जी, सब तो पहला सवाल ये है कि ESI दा की रोल की है। जिस तरह पंजाब दे विच एक खास तौर पर मैं मोहाली की गल करां, मोहाली की डिस्पेंसरी का बुरा हाल है और नाल नाल हस्पताल का बुरा हाल है। तुहाडा की रोल है और स्टेट गवर्नमेंट का की रोल है? जी सर, नमस्कार। सब तो पहला सारे स्रोतिਆਂ ਨੂੰ ਇਹ ਦੱਸਣਾ ਚਾਹੂੰਗਾ ਜੀ कि इंपलॉई स्टेट इंश्योरेंस कॉरपोरेशन एक सेंट्रल दी सोशल सिक्योरिटी स्कीम है। साडा जिहड़ा इदारा ये सोशल सिक्योरिटी स्कीम दिंदा, जिहदे अंतर्गत बहुत सारे बेनीफिट, बहुत सारे लाभ दिंदे कि सिकनेस बेनीफिट हो गया, मैडिकल बेनीफिट हो गया, कैश बेनीफिट हो गया। उस विचों जिहड़ा सेहत सुविधावां देनियां लोकां नूं, जिहड़ी हैल्थ सर्विसिज देनियां, ਉਹਦਾ ਜਿਹੜਾ ਜ਼ਿੰਮਾ ਹੈ ਉਹ ਸਟੇਟ ਗਵਰਨਮੈਂਟ ਤੋਂ ਹੁੰਦਾ, ਰਿਸਪੈਕਟਿਵ ਸਟੇਟ ਗਵਰਨਮੈਂਟ ਪੰਜਾਬ 'ਚ ਪੰਜਾਬ, ਹਿਮਾਚਲ ਇੱਦਾਂ ਕਰਕੇ। ਅਤੇ ਅਕੋਰਡਿੰਗਲੀ ਜਿੰਨਾ ਉਹ ਖਰਚਾ ਦੱਸਦੇ ਨੇ, ਅਕੋਰਡਿੰਗਲੀ ਉਹਨਾਂ ਨੂੰ ਅਸੀਂ ਐਡਵਾਂਸ ਔਨ ਅਕਾਊਂਟ ਪੇਮੈਂਟ ਉਹਨਾਂ ਦੀ ਖਾਤੇ 'ਚ ਪਾ ਦਿੰਦੇ ਹਾਂ ਪੰਜਾਬ ਸਰਕਾਰ ਦੇ। ਜਿਵੇਂ ਫੋਰ ਐਗਜ਼ਾਮਪਲ ਇਸ ਸਾਲ ਅਸੀਂ 2020-21 'ਚ ਅਸੀਂ 177 ਕਰੋੜ ਪਵਾ ਚੁੱਕੇ ਹਾਂ ਅਤੇ ਇਸ ਚੱਲਦੇ ਜਿਹੜਾ ਵਿੱਤ ਵਰਸ਼ ਹੈਗਾ ਇਹਦੇ 'ਚ ਅਸੀਂ 106 ਕਰੋੜ ਆਲਰੇਡੀ ਪੰਜਾਬ ਸਰਕਾਰ ਦੇ ਖਾਤੇ ਵਿੱਚ ਪਵਾ ਚੁੱਕੇ ਹਾਂ। ਹੁਣ ਆ ਜਾਂਦਾ ਜ਼ਿੰਮੇਵਾਰੀਆਂ ਦੀ ਗੱਲ ਆ ਜਾਂਦੀ। ਜਿਵੇਂ ਸਾਡਾ ਕਾਰਪੋਰੇਸ਼ਨ ਦਾ ਕੰਮ ਹੈ ਰੈਵਨਿਊ ਕਲੈਕਟ ਕਰਨਾ ਅਤੇ ਸਟੇਟ ਨੂੰ ਉਹਨਾਂ ਦੇ ਖਰਚੇ ਦੇ ਮੁਤਾਬਿਕ ਐਡਵਾਂਸ ਪੇਮੈਂਟ ਦੇ ਦੇਣੀ, ਕੁਆਟਰਲੀ ਜਾਂ ਸੈਮੀ ਐਨੂਅਲ ਜੋ ਵੀ ਪਾਲਿਸੀ ਚੱਲਦੀ ਹੈ। ਸਟੇਟ ਗਵਰਨਮੈਂਟ ਨੇ ਡਿਸਪੈਂਸਰੀਆਂ ਚਲਾਉਣੀਆਂ ਔਰ ਸਟੇਟ ਦੇ ਹਸਪਤਾਲ ਚਲਾਉਣੇ ਹੈ। ਉਹਦੇ 'ਚ ਉਹਨਾਂ ਨੇ ਡਾਕਟਰਾਂ ਦਾ ਪ੍ਰੋਵੀਜ਼ਨ ਦੇਣਾ, ਸਟਾਫ ਦਾ ਦੇਣਾ, ਦਵਾਈਆਂ ਦਾ ਅਤੇ ਜਿੰਨੇ ਵੀ ਇਕੁਇਪਮੈਂਟ ਹੈ ਸਾਰਾ ਉਹ ਸਾਰਾ ਦੇਖਣਾ, ਰੱਖ ਰਖਾਵ ਉਹਨਾਂ ਹਸਪਤਾਲਾਂ ਦਾ ਸਾਰਾ ਜੋ ਵੀ ਸਾਰਾ ਉਹ ਉਹਨਾਂ ਨੇ ਸਾਡੇ ਕੋਲ ਖਰਚਾ ਲੈਣਾ ਪਰ ਚਲਾਉਣਾ ਸਟੇਟ ਗਵਰਨਮੈਂਟ ਨੇ ਹੈ। ਅਸੀਂ ਚਾਹ ਕੇ ਵੀ ਉਹਦੇ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਕੇਅਰ ਵਿੱਚ ਇੰਟਰਵੀਨ ਨਹੀਂ ਕਰ ਸਕਦੇ। ਸੋ ਉਹ ਸਟੇਟ ਗਵਰਨਮੈਂਟ ਦਾ ਹੀ ਰਿਸਪੋਂਸੀਬਿਲਿਟੀ ਹੈ ਜੀ। ਅਮਨ ਜੀ, ਉੱਥੇ ਮੈਂ ਗਿਆ ਔਰ ਖਾਸ ਤੌਰ 'ਤੇ ESI ਦੀ ਜਿਹੜੀ ਫੇਜ਼ 2 ਦੀ ਡਿਸਪੈਂਸਰੀ ਹੈ, ਉੱਥੇ ਪਾਣੀ ਖੜ੍ਹਾ ਸੀ ਜਿਸ ਤਰ੍ਹਾਂ ਇੱਕ ਨਾਲੇ 'ਚ ਪਾਣੀ ਖੜ੍ਹਾ ਹੁੰਦਾ ਹੈ। ਜਿਹੜਾ ਮੈਂ ਜਦੋਂ ਹਸਪਤਾਲ 'ਚ ਗਿਆ ESI ਦੇ 7 ਫੇਜ਼ 'ਚ, ਉੱਥੇ ਐਕਸਰੇ ਮਸ਼ੀਨ ਨਹੀਂ ਚੱਲਦੀ, CT ਸਕੈਨ ਮਸ਼ੀਨ ਨਹੀਂ ਚੱਲਦੀ। ਅਤੇ ਇਹ ਮਸ਼ੀਨਾਂ ਦੀ ਰੱਖ ਰਖਾਓ ਔਰ ਉੱਥੇ ਸਫਾਈ ਦਾ ਕੌਣ ਜ਼ਿੰਮੇਵਾਰ ਹੈ? ਸਰ, ਜਿੰਨੇ ਵੀ ਸਟੇਟ ਦੇ ਹਸਪਤਾਲ ਅਤੇ ਡਿਸਪੈਂਸਰੀਆਂ ਜਿਹੜੀਆਂ ਸਟੇਟ ਗਵਰਨਮੈਂਟ ਹੈਲਥ ਡਿਪਾਰਟਮੈਂਟ ਚਲਾਉਂਦਾ, ਉਹਦੇ 'ਚ ਸਾਰੀਆਂ ਮਸ਼ੀਨਾਂ ਦਾ ਰੱਖ ਰਖਾਓ, ਉਹਦੀ AMC CMC ਉਹ ਸਾਰਾ ਜਿਹੜਾ ਉਹ ਸਟੇਟ ਗਵਰਨਮੈਂਟ ਦਾ ਹੀ ਰੋਲ ਆਉਂਦਾ। ਬਾਕੀ ਜਿਹੜੀ ਉੱਥੋਂ ਦੀ ਸਾਫ਼ ਸਫਾਈ ਹੈ ਉਹ ਜਿਹੜਾ ਉੱਥੋਂ ਦਾ ਲੋਕਲ ਇੰਚਾਰਜ ਹੋਏਗਾ ਉਹਦੀ ਜ਼ਿੰਮੇਵਾਰੀ 'ਚ ਆਉਂਦਾ ਸਰ। ਜਿਵੇਂ ਅਸੀਂ ਕਾਰਪੋਰੇਸ਼ਨ ਆਪਣੀ ਪ੍ਰੈਮਾਈਸਿਸ ਦੀ, ਜਿਵੇਂ RO ਬਿਲਡਿੰਗ ਹੈ, ਅਸੀਂ ਆਪਣੀ ਪ੍ਰੈਮਾਈਸਿਸ ਦੀ ਸਾਫ਼ ਸਫਾਈ ਆਪ ਕਰਾਉਂਦੇ ਹਾਂ, ਜਾਂ ਜਿਹੜੀਆਂ ਹਸਪਤਾਲ ਅਸੀਂ ਆਪ ਖੁਦ ਚਲਾਉਂਦੇ ਹਾਂ ਉੱਥੇ ਅਸੀਂ ਆਪ ਕਰਦੇ ਹਾਂ। ਤਾਂ ਸਾਰਾ ਇਹ ਸਟੇਟ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਬਣਦੀ ਕਿ ਉੱਥੇ ਡੇ ਟੂ ਡੇ ਜਿਹੜੀਆਂ ਛੋਟੀਆਂ ਚੀਜ਼ਾਂ, ਜਿਹੜੇ ਇਸ਼ੂਜ਼ ਹੈ, ਉਹਨਾਂ ਨੂੰ ਟੇਕ ਕੇਅਰ ਕਰੇ, ਉਹਨਾਂ ਨੂੰ ਐਗਜ਼ਾਮਿਨ ਕਰੇ ਅਤੇ ਉਹਨਾਂ ਦਾ ਐਪਰੋਪਰੀਏਟ ਰੈਜ਼ੋਲੂਸ਼ਨ ਕਰੇ। ਅਮਨ ਜੀ, ਇੱਕ ਮੈਨੂੰ ਹੋਰ ਵੀ ਐਗਜ਼ਾਮਪਲ ਆਈ ਕਿ ਜਿਹੜਾ ਹਿਮਾਚਲ ਦੇ ਵਿੱਚ ਖਾਸ ਤੌਰ 'ਤੇ ਬੱਦੀ ਦੇ ਵਿੱਚ ESI ਹਸਪਤਾਲ ਹੈ, ਉਹ ਬਹੁਤ ਵਧੀਆ ਫੈਸਿਲਿਟੀਜ਼ ਹੈਗੀਆਂ ਨੇ ਔਰ ਲੋਕ ਬੜੇ ਖੁਸ਼ ਵੀ ਨੇ। ਪਰ ਮੁਹਾਲੀ ਦੇ ਵਿੱਚ ਲੋਕ ਬੜੇ ਪਰੇਸ਼ਾਨ ਨੇ। ਕਿਆ ਉੱਥੇ ਵਾਲਾ ESI ਹਸਪਤਾਲ ESI ਆਪ ਚਲਾ ਰਹੀ ਹੈ ਜਾਂ ਉਹ ਵੀ ਅੱਗੇ ਹਿਮਾਚਲ ਸਰਕਾਰ ਨੂੰ ਦਿੱਤਾ ਹੋਇਆ? ਜੀ ਸਰ, ਇਹ ਬੜੀ ਅੱਛੀ ਤੁਸੀਂ ਪੁਆਇੰਟ ਗੱਲ ਕੀਤੀ। ਅਕਸਰ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ESIC ਹਸਪਤਾਲ ਕਾਰਪੋਰੇਸ਼ਨ ਅਤੇ ESIS ਸਟੇਟ ਹਸਪਤਾਲ 'ਚ ਕੀ ਫ਼ਰਕ ਹੈ। ਤੁਹਾਡੀ ਨੌਲੇਜ ਵਾਸਤੇ ਇੱਦਾਂ ਦੱਸਦਾ ਸਰ, ਸਾਰੇ ਸਰੋਤਿਆਂ ਦੀ ਨੌਲੇਜ ਵਾਸਤੇ, ਕਿ ਹਰ ਸਟੇਟ ਵਿੱਚ ਇੱਕ ਹਸਪਤਾਲ ਅਸੀਂ ਤੀਜਾ ਮਿਥਿਆ कि हर स्टेट विच हर राज विच आपां एक हस्पताल अपना खुद चलाना जिन्होंने असीं मॉडल हॉस्पिटल कहने।
ਅਸੀਂ ਚਾਹੁੰਦੇ ਹਾਂ ਕਿ ਸਟੇਟ ਦੇ ਹਸਪਤਾਲ ਉਸ ਮਾਡਲ ਵੱਲ ਦੇਖ ਕੇ ਆਪਣੀ ਸਰਵਿਸਿਜ਼ ਇੰਪਰੂਵ ਕਰਨ। ਜਿਵੇਂ ਪੰਜਾਬ ਵਿੱਚ ਇੱਕ ਹਸਪਤਾਲ ਅਸੀਂ ਚੰਡੀਗੜ੍ਹ ਚਲਾਉਂਦੇ ਹਾਂ ਸਰ, ਚੰਡੀਗੜ੍ਹ UT 'ਚ, ਅਤੇ ਪੰਜਾਬ ਦਾ ਸਾਡਾ 300 ਬੈੱਡ ਦਾ ਹਸਪਤਾਲ ਲੁਧਿਆਣੇ ਵਿੱਚ ਚੱਲਦਾ, ਉੱਥੇ ਵੀ ਬਹੁਤ ਅੱਛੀ ਸਰਵਿਸਿਜ਼ ਮਿਲਦੀਆਂ। ਤੋ ਇਹ ਜਿਹੜਾ ਬੱਦੀ ਵਾਲਾ ਹਸਪਤਾਲ, ਇਹ ਵੀ ਸੈਂਟਰ ਦਾ ਹਸਪਤਾਲ ਹੈ। ਤੁਸੀਂ ਜਿਵੇਂ ਪ੍ਰੇਜ਼ ਕੀਤੀ ਹੈ ਹਸਪਤਾਲ ਦੀ, ਇਹ ਸੈਂਟਰ ਹੀ ਚਲਾਉਂਦੀ ਸਰ ਸਾਰਾ। ਉੱਥੇ ਸਟਾਫ ਵੀ ਸੈਂਟਰ ਦਾ ਹੁੰਦਾ, ਦਵਾਈਆਂ ਸੈਂਟਰ ਦੀਆਂ, ਇਕੁਇਪਮੈਂਟ ਉਹਨਾਂ ਰੱਖ ਰਖਾਓ ਮੇਨਟੇਨੈਂਸ ਸਾਰੀ ਸੈਂਟਰ ਗਵਰਨਮੈਂਟ ਹੀ ਕਰਦੀ ਹੈ ਸਰ। ਹੁਣ ਤੁਸੀਂ ਸਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ ਦੱਸੋ ਵੀ ਜਿਹੜੇ ਇੱਥੇ ਪੇਸ਼ੈਂਟਸ ਨੇ ਤੁਹਾਡੇ, ਉਹ ਤੁਸੀਂ ਡਾਇਰੈਕਟ ਉਹਨਾਂ ਨੂੰ ਪੇਮੈਂਟ ਕਰ ਰਹੇ ਹੋ ਜਾਂ ਜਿਹੜੀ ਸਟੇਟ ਹੈ ਉਹਦੇ ਥਰੂ ਪੇਮੈਂਟ ਕਰਦੇ ਹੋ? ਜਿਸ ਤਰ੍ਹਾਂ ਕੋਈ ਛੁੱਟੀ ਚਲਾ ਗਿਆ ਜਾਂ ਕਿਸੇ ਦੇ ਸੱਟ ਵੱਜ ਗਈ ਜਾਂ ਕਿਸੇ ਫੈਮਿਲੀ ਮੈਂਬਰ ਹੈਗਾ, ਉਹਦੇ ਫੈਮਿਲੀ ਮੈਂਬਰ ਦਾ ਇਲਾਜ ਕਰਾਉਣਾ, ਉਹ ਥੋੜ੍ਹੀ ਡਿਟੇਲ ਦੱਸੋ ਵੀ ਤੁਹਾਡੀਆਂ ਉਸ 'ਚ ਕੀ ਜ਼ਿੰਮੇਵਾਰੀਆਂ ਨੇ ਅਤੇ ਸਟੇਟ ਦੀਆਂ ਕੀ ਜ਼ਿੰਮੇਵਾਰੀਆਂ ਨੇ? ਸਰ ਜਿਹੜੀ ਕਾਰਪੋਰੇਸ਼ਨ ਅਸੀਂ ਸੋਸ਼ਲ ਸਿਕਿਉਰਿਟੀ ਸਕੀਮ ਚਲਾਉਂਦੇ ਹਾਂ, ਮਲਟੀ ਪ੍ਰੋਂਗਡ ਹੈ ਜੀ। ਇਹਦੇ 'ਚ ਜਿਹੜੀਆਂ ਸਿਹਤ ਦੀ ਪ੍ਰਾਇਮਰੀ ਅਤੇ ਸੈਕੰਡਰੀ ਕੇਅਰ, ਉਹ ਤਾਂ ਦਿੱਤੀ ਅਸੀਂ ਸਟੇਟ ਗੌਰਮੈਂਟ ਦੇ ਹਿੱਸੇ ਆਉਂਦੀ ਕਿ ਸਟੇਟ ਗੌਰਮੈਂਟ ਕਰੇਗੀ ਅਤੇ ਅਸੀਂ ਉਹਨਾਂ ਨੂੰ ਅਕੋਰਡਿੰਗਲੀ ਪੈਸਾ ਦਿੰਦੇ ਹਾਂ। ਇਸ ਤੋਂ ਇਲਾਵਾ ESI ਕਾਰਪੋਰੇਸ਼ਨ ਦੇ ਹੋਰ ਵੀ ਬੜੇ ਸਾਰੇ ਲਾਭ ਨੇ, ਜਿਵੇਂ ਸਿਕਨੈਸ ਬੈਨੀਫਿਟ ਅਸੀਂ ਕਹਿੰਦੇ ਹਾਂ ਆਪਾਂ ਨੂੰ। ਜਿਵੇਂ ਕੋਈ IP ਬਿਮਾਰ ਪੈ ਗਿਆ ਅਤੇ ਜਿੰਨੇ ਦਿਨ ਦੀ ਡਾਕਟਰ ਉਹਨੂੰ ਛੁੱਟੀ ਲਿਖ ਕੇ ਦਿੰਦਾ, ਉਹਦੀ 70% ਐਵਰੇਜ ਜਿਹੜੀ ਉਹਦੀ ਡੇਲੀ ਵੇਜਿਸ ਹੈ, ਅਸੀਂ ਉਹਨੂੰ ਰੀਇੰਬਰਸ ਕਰਦੇ ਹਾਂ। ਇਹ ਜਿਹੜੇ ਕੈਸ਼ ਬੈਨੀਫਿਟ ਹੈ ਸਿਰ ਅਸੀਂ ਆਪਣੇ ਨੈਟਵਰਕ ਆਫ ਬ੍ਰਾਂਚ ਆਫਿਸਿਸ ਨੇ ਜਗ੍ਹਾ ਜਗ੍ਹਾ 'ਤੇ, ਉਹਨਾਂ ਦੇ ਥਰੂ ਅਸੀਂ ਉਹਨਾਂ ਨੂੰ ਦਿੰਦੇ ਹਾਂ ਸਰ। ਇਸ ਤੋਂ ਇਲਾਵਾ ਮੰਨ ਲਓ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਕਿਸੇ ਦੀ ਹੱਥ ਪੈਰ ਕੱਟਿਆ ਗਿਆ, ਕੋਈ ਉਂਗਲੀ ਕੱਟੀ ਗਈ, ਅਤੇ ਜਿੰਨੀ ਪਰਸੈਂਟੇਜ ਸਾਡੀ ਉਹ ਸ਼ਡਿਊਲ ਇੰਜਰੀ 'ਚ ਆਉਂਦੀ, ਅਸੀਂ ਉਹਦੀ ਤਾਂ ਉਮਰ ਇੱਕ ਪੈਨਸ਼ਨ ਲਾ ਦਿੰਦੇ, ਇੱਕ ਉਹਨੂੰ ਅਮਾਊਂਟ ਮਿਲਦੀ ਰਹਿੰਦੀ, ਉਹਦੇ ਖਾਤੇ ਵਿੱਚ ਪਹੁੰਚ ਜਾਂਦੀ ਸਰ। ਇਸ ਤੋਂ ਇਲਾਵਾ ਸਰ ਅਸੀਂ ਮੈਟਰਨਿਟੀ ਬੈਨੀਫਿਟ ਦਿੰਦੇ ਹਾਂ ਸਰ। ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਸਾਡੀਆਂ IW ਹੈਗੀਆਂ, ਜਦੋਂ ਪ੍ਰੈਗਨੈਂਟ ਹੁੰਦੀਆਂ ਉਹਨਾਂ ਨੂੰ ਅਸੀਂ ਛੁੱਟੀ ਵੀ ਦਿੰਦੇ ਹਾਂ, ਅਤੇ ਉਹ ਛੁੱਟੀ ਦੇ ਵਿੱਚ ਅਸੀਂ ਉਹਨਾਂ ਨੂੰ ਪੈਸੇ ਦਿੰਦੇ ਹਾਂ। ਹੋਰ ਇਸ ਤੋਂ ਇਲਾਵਾ ਸਰ ਫਿਊਨਰਲ ਐਕਸਪੈਂਸਿਸ, ਅਸੀਂ ਜੇ ਰੱਬ ਨਾ ਕਰੇ ਕਿਸੇ ਦੀ ਕੋਈ ਮੌਤ ਹੋ ਗਈ IP ਦੀ, ਅਸੀਂ ਉਹਦੇ ਫਿਊਨਰਲ ਐਕਸਪੈਂਸਿਸ ਦਈਦੇ ਆ। ਰੀਹੈਬਲੀਟੇਸ਼ਨ ਦਈਦੀ ਸਰ। ਅਨਇੰਪਲੋਇਮੈਂਟ ਅਲਾਊਂਸ ਵੀ ਦਈਦਾ, ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਵਿੱਚ ਦਈਦਾ ਸਰ। ਇੱਕ ਅਸੀਂ ਨਵੀਂ ਸਕੀਮ ਚਾਲੂ ਕੀਤੀ ਸਰ ਹੁਣੇ, ਕੋਵਿਡ ਰਿਲੀਫ ਸਕੀਮ ਅਸੀਂ ਕਹਿੰਦੇ ਹਾਂ। ਜਿਹੜੇ ਅਨਫੋਰਚੂਨੇਟ ਸਾਡੇ ਕੋਈ IPs ਨੇ ਜਿਨ੍ਹਾਂ ਦਾ ਕੋਵਿਡ ਦੇ ਟਾਈਮ 'ਚ ਮੌਤ ਹੋ ਗਈ ਵਿਚਾਰੇ, ਉਹਨਾਂ ਨੂੰ ਅਸੀਂ ਤਾਂ ਉਮਰ ਉਹਨਾਂ ਦੇ ਜਿਹੜੇ ਡਿਪੈਂਡੈਂਟ ਫੈਮਿਲੀ ਮੈਂਬਰਸ ਹੈ ਉਹਨਾਂ ਨੂੰ ਇੱਕ ਪੈਨਸ਼ਨ ਲਾਈ ਹੈ। ਇਹ ਅਸੀਂ ਨਵਾਂ ਇਨੀਸ਼ੀਏਟਿਵ ਸ਼ੁਰੂ ਕੀਤਾ। ਟਾਈਮ ਐਂਡ ਟਾਈਮ ਸਾਡਾ ਜਿਹੜਾ ESI ਕਾਰਪੋਰੇਸ਼ਨ ਪਾਲਿਸੀਜ਼ ਬਣਾਉਂਦਾ ਵੀ ਕਿਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਆਪਣੇ ਜਿਹੜੇ ਲਾਭਾਰਥੀ ਨੇ, ਜਿਹੜੇ ਸਾਡੇ IPs ਨੇ, ਇਹਨਾਂ ਨੂੰ ਅਸੀਂ ਹੋਰ ਬੈਨੀਫਿਟ ਦੇ ਸਕੀਏ। ਅਤੇ ਜਿੱਦਾਂ ਕੋਈ ਨਵੀਂ ਸਕੀਮ ਆਉਂਦੀ ਸਰ, ਇਮੀਡੀਏਟਲੀ ਅਸੀਂ ਉਹਨੂੰ ਪਬਲਿਸਾਈਜ਼ ਕਰਕੇ ਉਹਨੂੰ ਅਸੀਂ ਡੋਲ ਆਊਟ ਕਰਦੇ ਹਾਂ ਆਪਣੀ ਬੈਨੀਫਿਸ਼ਰੀਜ਼ ਨੂੰ ਸਰ। ਅਮਨ ਜੀ ਇਹ ਦੱਸੋ ਵੀ ਜਿਹੜਾ ਲੇਬਰਰ ਹੈ ਉਹ ਕਿੰਨੀ ਵੇਜ ਵਾਲਾ ਇਹਦੇ ਥੱਲੇ ਕਵਰ ਹੁੰਦਾ ਹੈ? ਬਈ 10,000 20,000 30,000 ਜਾਂ 40,000 ਤੱਕ ਕਿੰਨੇ ਤੱਕ ਇਹ ਕਵਰ ਹੁੰਦਾ ਹੈ? ਦੂਸਰਾ, ਉਹਨੇ ਕਿੰਨੇ ਪਰਸੈਂਟੇਜ ਉਹਦੀ ਤਨਖਾਹ 'ਚੋਂ ਕੱਟਿਆ ਜਾਂਦਾ ਹੈ ਔਰ ਫੈਕਟਰੀ ਵਾਲੇ ਨੇ ਕਿੰਨਾ ਪਾਉਣਾ ਹੁੰਦਾ ਹੈ? ਜੀ ਸਰ, ਇਹਦੇ 'ਚ ਸਰ ਅਸੀਂ ਸੀਲਿੰਗ ਜਿਹੜੀ ਸਾਡੀ ਹੈ ਉਹ 21,000 ਰੁਪਏ ਹੈਗੀ ਹੈ। 21,000 ਰੁਪਇਆ ਜਿਹੜੀ ਵੇਜ ਹੈ, ਉਸ ਤੋਂ ਥੱਲੇ ਜਿੰਨੇ ਵੀ ਆਉਂਦੇ ਹੈ ਕੰਮ ਆਉਂਦੇ ਹੈ, ਉਹਨਾਂ ਨੂੰ ਅਸੀਂ ਆਰਗੇਨਾਈਜ਼ ਸੈਕਟਰ ਦੀ ਗੱਲ ਕਰ ਰਹੇ ਹਾਂ, ਉਹ ESI ਵਿੱਚ ਕਵਰਡ ਹੁੰਦੇ ਸਰ। ਇਹਦੇ ਸਰ ਕੁੱਲ 4% ਹੁੰਦਾ, ਜਿਹਦੇ 'ਚੋਂ 3.25 ਜਿਹੜਾ ਹੁੰਦਾ ਉਹ ਇੰਪਲੋਇਰ ਪਾਉਂਦਾ, ਅਤੇ 0.75% ਉਹਦੀ ਜਿਹੜੀ ਸੈਲਰੀ ਦਾ ਹੁੰਦਾ ਉਹ IP ਤੋਂ ਕੱਟਿਆ ਉਹਦੀ ਸੈਲਰੀ 'ਚੋਂ ਕੱਟਿਆ ਜਾਂਦਾ ਸਰ। ਟੋਟਲ 4% ਹੈ ਸਰ। ਇਹ ਵੀ ਦੱਸਦਾ ਸਰ, ਪਹਿਲਾਂ ਇਹ 6.5 ਹੁੰਦਾ ਸੀ ਸਰ, ਅਸੀਂ ਇਹਨੂੰ ਘਟਾ ਕੇ ਹੁਣ 4% ਕਰਤਾ ਤਾਂ ਕਿ ਉਹਨਾਂ ਨੂੰ ਹੋਰ ਬੈਨੀਫਿਟ ਮਿਲੇ, ਉਹਨਾਂ 'ਤੇ ਇਹ ਸਕੀਮ ਬੋਝ ਨਾ ਬਣੇ, ਔਰ ਉਹਨਾਂ ਨੂੰ ਅਸੀਂ ਇਸੇ ਪੈਸੇ 'ਚੋਂ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਬੈਨੀਫਿਟ ਦੇ ਸਕੀਏ। ਅਤੇ ਕੋਈ ਐਸੇ ਕੇਸਿਸ ਹੈਗੇ ਨੇ ਜਿਹਦੇ ਵਿੱਚ ਅਸੀਂ ਇਹ ਕਹਿ ਸਕੀਏ ਬਈ ESI ਬਹੁਤ ਵਧੀਆ ਕੰਮ ਕਰ ਰਹੀ ਹੈ ਆਊਟ ਆਫ ਦਾ ਵੇ ਜਾ ਕੇ, ਔਰ ਕਿਉਂਕਿ ESI ਦੀ ਜੋ ਹਾਲੇ ਤੱਕ ਮੇਰੇ ਕੋਲ ਖਬਰ ਆਈ ਹੈ ਔਰ ਜਿਸ ਕਰਕੇ ਅੱਜ ਮੈਂ ਤੁਹਾਡਾ ਸਪਸ਼ਟੀਕਰਨ ਲੈਣ ਆਇਆ ਕਿ ਮੁਹਾਲੀ ਦੇ ਵਿੱਚ ਹੋ ਹੱਲਾ ਮਚਿਆ ਹੋਇਆ ਕਿ ਜੀ ਸਾਰਾ ਕਸੂਰ ESI ਦਾ ਹੈ, ਸਟੇਟ ਗੌਰਮੈਂਟ ਦਾ ਤਾਂ ਕੋਈ ਕਸੂਰ ਹੈ ਹੀ ਨਹੀਂ ਗਾ ਵੀ ਇਹ ਮੇਨਟੇਨੈਂਸ ਦੇ ਰਿਗਾਰਡਿੰਗ। ਉਹ ਤੁਸੀਂ ਮੈਨੂੰ ਸਪਸ਼ਟ ਕਰ ਦਿੱਤਾ ਹੈ। ਹੋਰ ਕੀ ਐਸੀ ਤੁਸੀਂ ਬੈਨੀਫਿਟ ਦੇ ਰਹੇ ਹੋ ਵੀ ਜਿਹੜਾ ਕਿ ਇੱਕ EMPLOYEE ਜਿਹੜਾ ਹੈ ਉਹ ਆਪਣੇ ਆਪ ਨੂੰ ਰਜਿਸਟਰ ਕਰਾਵੇ, ਵੀ ਉਹ ਕਹੇ ਆਪਣੇ ਮਾਲਕ ਨੂੰ ਕਿ ਤੂੰ ਮੈਨੂੰ ESI ਦੇ ਥੱਲੇ ਰਜਿਸਟਰ ਕਰਾ? ਹਾਂਜੀ ਸਰ, ਇਹਦੇ 'ਚ ਅਸੀਂ ਜਿਹੜੀ ਸਿਰਫ ਸਟੇਟ ਨੂੰ ਅਸੀਂ ਇੱਕੋ ਜ਼ਿੰਮੇਵਾਰੀ ਦਿੱਤੀ ਹੈ, ਉਹ ਪ੍ਰਾਇਮਰੀ ਕੇਅਰ ਅਤੇ ਸੈਕੰਡਰੀ ਕੇਅਰ। ਪੰਜਾਬ ਸਰਕਾਰ ਟੋਟਲ 69 ਡਿਸਪੈਂਸਰੀਆਂ ਚਲਾਉਂਦੀ ਹੈ ਅਤੇ 6 ਸਟੇਟ ਦੇ ਹਸਪਤਾਲ ਚਲਾਉਂਦੀ ਹੈ। ਇਸ ਤੋਂ ਇਲਾਵਾ ਜਿਹੜੀ ਸੁਪਰ ਸਪੈਸ਼ਲਿਟੀ ਕੇਅਰ ਹੁੰਦੀ, ਜਿਵੇਂ ਹਾਰਟ ਹੋ ਗਿਆ, ਕੈਂਸਰ ਹੋ ਗਿਆ, ਕਿਡਨੀ ਹੋ ਗਈ, ਨਿਊਰੋ ਦੇ ਪੇਸ਼ੈਂਟ ਹੋ ਗਏ, ਇਹ ਸਾਰੀ ਜਿਹੜੀਆਂ ਟਰੀਟਮੈਂਟਾਂ ਇਹ ESI ਕਾਰਪੋਰੇਸ਼ਨ ਆਪ ਦਿੰਦੀ ਹੈ, ਸਟੇਟ ਥਰੂ ਨਹੀਂ ਦਿੰਦੀ। ਇਹਦੇ ਵਾਸਤੇ ਅਸੀਂ ਨੀਅਰ ਅਬਾਊਟ 100 ਹਸਪਤਾਲ, ਡਾਇਗਨੋਸਟਿਕ ਸੈਂਟਰ ਅਤੇ 100 ਹਸਪਤਾਲ ਆਪਣੇ ਟਾਈ ਅਪ ਕੀਤੇ ਹੋਏ ਪ੍ਰਾਈਵੇਟ, ਜਿਨ੍ਹਾਂ 'ਚ IP ਨੂੰ ਰੈਫਰ ਕੀਤਾ ਜਾਂਦਾ ਔਰ ਉੱਥੇ ਉਹਨਾਂ ਦਾ ਕੈਸ਼ਲੈਸ ਟਰੀਟਮੈਂਟ ਹੁੰਦਾ।
ਜਸਟ ਆ ਤੁਹਾਨੂੰ ਅੰਕੜਿਆਂ ਵਾਸਤੇ ਦੱਸ ਦਿੰਦਾ, ਲਾਸਟ ਈਅਰ ਪਿਛਲੇ ਸਾਲ 2020-21 ਚ ਘੱਟੋ ਘੱਟ 11,000 ਐਸੇ ਲਾਭਾਰਥੀ ਸੀਗੇ ਜਿਨ੍ਹਾਂ ਨੇ ਸੁਪਰ ਸਪੈਸ਼ਲਿਟੀ ਟਰੀਟਮੈਂਟ ਸਾਡੀ ਕਾਰਪੋਰੇਸ਼ਨ ਦੇ ਅੰਡਰ ਲਿਆ। ਇਸ ਤੋਂ ਇਲਾਵਾ ਸਰ ਸਾਡੇ ਜਿਹੜੇ ਮਾਡਲ ਹਸਪੀਟਲ ਰਨ ਕਰਦੇ ਆ ਉਹ ਅਲੱਗ ਟਰੀਟਮੈਂਟ ਕਰਦੇ, ਜਿਵੇਂ ਲੁਧਿਆਣੇ ਵਾਲਾ ਸਾਡਾ ਮਾਡਲ ਹਸਪੀਟਲ ਚੱਲਦਾ, ਉਹ ਇਸ ਤੋਂ ਇਲਾਵਾ ਅਲੱਗ ਆਈਪੀ ਨੂੰ ਟਰੀਟ ਕਰ ਰਹੇ। ਸੋ ਕੋਸ਼ਿਸ਼ ਇਹੀ ਹੁੰਦੀ ਸਾਡੀ ਕਿ ਜਿੰਨਾ ਅਸੀਂ ਮੈਕਸਿਮਮ ਕਵਰ ਕਰੀਏ, ਜਿੰਨੀ ਮੈਕਸਿਮਮ ਟਰੀਟਮੈਂਟ ਉਹਨਾਂ ਨੂੰ ਦੇ ਪਾਈਏ। ਔਰ ਸਭ ਤੋਂ ਵਧੀਆ ਗੱਲ ਸਰ ਸਕੀਮ ਦੀ ਇਹ ਹੈ ਵੀ ਇਹਦੇ 'ਤੇ ਖਰਚੇ ਦੀ ਕੋਈ ਲਿਮਿਟ ਨਹੀਂ ਹੈਗੀ ਸਰ। ਆਈਪੀ ਨੂੰ ਕੋਈ ਖਰਚੇ ਲਿਮਿਟ, ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਸਾਡਾ ਇੱਕ ਪੇਸ਼ੈਂਟ ਚੱਲਦਾ ਜੀ ਜਲੰਧਰ 'ਚ, ਪੇਸ਼ੈਂਟ ਚੱਲਦਾ, ਨਾਮ ਨਹੀਂ ਲਵਾਂਗੇ ਉਹਨਾਂ ਦਾ, ਉਹਦੇ 'ਤੇ ਇੰਜ਼ਾਈਮ ਰਿਪਲੇਸਮੈਂਟ ਥੈਰੇਪੀ ਉਹਨਾਂ ਦੇ ਇੱਕ ਮਤਲਬ ਜਮਾਂਦਰੂ ਉਹਨਾਂ ਨੂੰ ਬੱਚੇ ਨੂੰ ਬਿਮਾਰੀ ਹੈ, ਉਹਦੇ ਬੱਚੇ ਨੂੰ ਬਿਮਾਰੀ ਹੈ, ਉਹਦੇ 'ਤੇ ਤਕਰੀਬਨ ਸਰ 1 ਕਰੋੜ 19 ਲੱਖ ਰੁਪਏ ਦੀ ਦਵਾਈ ਹਰ ਸਾਲ ਉਸ ਬੱਚੇ ਨੂੰ ਲੱਗਦੀ ਹੈ, ਅਤੇ ESI ਕਾਰਪੋਰੇਸ਼ਨ ਉਹਦਾ ਖਰਚਾ ਜਿਹੜਾ ਉਹ ਬੇਅਰ ਕਰ ਰਹੀ ਹੈ। ਸੋ ਇਹ ਸਕੀਮ ਦੀ ਸਭ ਤੋਂ ਵਧੀਆ ਗੱਲ ਹੈ, ਪ੍ਰਾਈਵੇਟ ਇੰਸ਼ੋਰੈਂਸ 'ਚ ਇੱਕ ਲਿਮਿਟ ਹੁੰਦੀ, 3 ਲੱਖ ਦੀ ਇੰਸ਼ੋਰੈਂਸ ਹੈ ਜੀ, 5 ਲੱਖ ਦੀ ਹੈ, 10 ਲੱਖ ਦੀ ਹੈ, ਠੀਕ ਹੈ, ਕਿੰਨੇ ਸਾਰੇ ਰਾਈਡਰਸ ਹੁੰਦੇ ਆ ਅਤੇ ਕੁਛ ਕੂਲਿੰਗ ਪੀਰੀਅਡ ਹੁੰਦਾ। ਅਸੀਂ ਕੁਛ ਨਹੀਂ ਕਹਿੰਦੇ, ਅਸੀਂ ਸਿੰਪਲ ਜਿੰਨਾ ਉਹ ਆਪਣਾ ਫੰਡ ਜਮ੍ਹਾਂ ਕਰਾਉਂਦਾ, ਅਸੀਂ ਉਹਨੂੰ ਕੋਈ ਲਿਮਿਟ ਨਹੀਂ ਹੈਗੀ, ਉਹਦੀ ਫੈਮਿਲੀ 'ਤੇ ਜਿੰਨੇ ਵੀ ਡਿਪੈਂਡੈਂਟ ਮੈਂਬਰ ਹੈ, ਉਹਦੇ ਆਸ਼ਰਿਤ ਜਿੰਨੇ ਵੀ ਹੈਗੇ, ਅਸੀਂ ਉਹਨਾਂ ਨੂੰ ਕੈਸ਼ਲੈਸ ਸੁਪਰ ਸਪੈਸ਼ਲਿਟੀ ਸਰਵਿਸਿਜ਼ ਦਿੰਦੇ ਹਾਂ, ਔਰ ਉਹਦਾ ਸਾਰਾ ਪ੍ਰੋਸੈਸਿੰਗ ਔਨਲਾਈਨ ਹੁੰਦੀ ਹੈ ਔਰ ESI ਕਾਰਪੋਰੇਸ਼ਨ ਦੁਆਰਾ ਕੀਤੀ ਜਾਂਦੀ, ਉਹਦੇ 'ਚ ਸਟੇਟ ਦਾ ਕੋਈ ਰੋਲ ਨਹੀਂ, ਔਰ ਉਹ ਸਕੀਮ ਬਹੁਤ ਵਧੀਆ ਚੱਲ ਰਹੀ ਹੈ ਸਰ। ਜਿਸ ਤਰ੍ਹਾਂ ਅਮਨ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਇਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਨੇ ਔਰ ਸਟੇਟ ਦੀਆਂ ਕੀ ਜ਼ਿੰਮੇਵਾਰੀਆਂ ਨੇ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ।